मैं पिछली बार भी आई थी तो मैंने ये बात कही थी, इस बार तो मेरा भाग्य इतना अच्छा था कि मैं साक्षात मैं भाई जी से मिली, उनके साथ मुझे गाने का सौभाग्य मिला। मुझे भाई हरजिंदर सिंह जी के वीडियोस जब मैं यूट्यूब पे देखती थी तो एक देखी तो दूसरा अपने आप चलने लग जाता, पूरा घंटों भर मैं सुनती रहती थी। जो कर रही हूँ तो पापा मम्मी सब लोग मुझे समझाते जैसे जैसे कि कब रियाज़ करना है, कब पढ़ना है, मतलब मैं कुछ भी करती हूँ तो मैं अपने माँ पापा के मार्गदर्शन से कर रही हूँ। ਜਿਵੇਂ ਕਹਿੰਦੇ ਹੁੰਦੇ ਆ, ਸੰਗੀਤ ਦਾ ਕੋਈ ਅਖੀਰ ਨਹੀਂ ਹੁੰਦਾ, ਐਂਡ ਨਹੀਂ ਹੁੰਦਾ ਹੈਗਾ। ਇਹ ਕਿਹਾ ਜਾਂਦਾ ਵੀ ਸੰਗੀਤ ਦਾ ਕੋਈ ਅਖੀਰ ਨਹੀਂ ਹੈ, ਸੰਗੀਤ ਬਹੁਤ ਉੱਚਾ। ਕਿੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋਗੇ? मेरे अंदर हिम्मत है, मैं करती रहूँगी और बस पढ़ाई में भी मैं अच्छा करती रहूँगी और आप सबको बाद में पता चलेगा अगर मैं जो सोच रही हूँ सक्सेसफुल हुआ तो। ਸਤਿ ਸ੍ਰੀ ਅਕਾਲ ਜੀ, ਸੁਰਖਾਬ ਟੀਵੀ ਦੇਖ ਰਹੇ ਹੋ। ਮੈਂ ਅਮਰਪ੍ਰੀਤ ਸਿੰਘ ਗੁਜਰਵਾਲ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅਤੇ ਪੰਜਾਬ ਤੋਂ ਬਾਹਰ ਜੋ ਗੁਰਮਤਿ ਸਮਾਗਮ ਚੱਲ ਰਹੇ ਨੇ, ਉਸ ਦੇ ਵਿੱਚ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਪਹੁੰਚੀਆਂ ਨੇ। ਗੁਰਮਤਿ ਸਮਾਗਮ ਹੋਇਆ ਹੈ ਤੇ ਸੰਗੀਤ ਦੇ ਧਨੀ ਆਪਾਂ ਕਹਿ ਸਕਦੇ ਹਾਂ ਮੈਥਿਲੀ ਠਾਕੁਰ ਜੀ ਜੋ ਸਪੈਸ਼ਲ ਚੱਲ ਕੇ ਇਸ ਗੁਰਮਤਿ ਸਮਾਗਮ ਦੇ ਵਿੱਚ ਪਹੁੰਚੇ ਨੇ। ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਆਏ ਹੋ ਤੁਸੀਂ, ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਜੀ ਆਇਆਂ ਵੀ ਆਖਦੇ ਹਾਂ। ਮੈਂ ਕੋਸ਼ਿਸ਼ ਕਰੂੰਗਾ ਨਾਲ ਪੰਜਾਬੀ ਕੁਛ ਹਿੰਦੀ ਤੇ ਤੁਸੀਂ ਵੀ ਸਹਿਯੋਗ ਦਿਓ, ਨਾਲ ਦੀ ਨਾਲ ਪੰਜਾਬੀ ਸਮਝਣ ਦੀ ਕੋਸ਼ਿਸ਼ ਕਰਿਓ। ਤੇ ਕਿਵੇਂ ਲੱਗਿਆ ਤੁਹਾਨੂੰ ਪੰਜਾਬ ਦੀ ਧਰਤੀ ਦਾ ਇਹ ਪਾਣੀ, ਕਿਵੇਂ ਮਹਿਸੂਸ ਕਰਦੇ ਹੋ ਇੱਥੇ ਆ ਕੇ? मैंने वो बहुत ज़्यादा चंगा लगा और मैं दूसरी बार आई हूँ इस जगह पर और ये साल और भी स्पेशल था क्योंकि ये जो समागम था ये 400 साला गुरु तेग बहादुर जी का प्रकाशोत्सव को समर्पित था ये, और मैंने आज अपनी प्रस्तुति दी। मुझे ऐसा लगता है लोगों को अच्छा लगा होगा मुझे सुन करके, क्योंकि मुझे बहुत अच्छा लगा। वापस उसी मंच पर मेरे बड़े पापा ने मुझे बुलाया और इतना प्यार दिया, इसके लिए मैं बहुत बहुत धन्यवाद क्यों बोलूँगी क्योंकि बड़े पापा हैं हमारे, लेकिन फिर भी बहुत अच्छा लगा। बड़े पापा कहते हो आप, ये कैसे आप बड़े पापा कहते हो? मुझे याद नहीं कि शुरू कब से हुआ, कैसे हुआ, लेकिन हाँ कि अभी हम लोग ऐसे हैं कि एक परिवार से भी ज़्यादा बढ़ करके हैं। मतलब कुछ हो ना हो हमारी बातचीत हमेशा होती रहती है और एक बार फ़ोन पे बातचीत शुरू होती है तो घंटों निकल जाते हैं बात करते करते। ਇਹਨਾਂ ਦੇ ਬੜੇ ਪਾਪਾ ਵੀ ਨਾਲ ਨੇ, ਨਿਸ਼ਾਨ ਸਿੰਘ ਜੀ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤੁਹਾਨੂੰ ਯਾਦ ਹੈ ਜੀ ਕਿਵੇਂ ਬੜੇ ਪਾਪਾ ਜਿਹੜਾ ਤੁਹਾਨੂੰ ਕਹਿਣ ਲੱਗੇ? ਇਹਨਾਂ ਜੀ ਸਾਰੀ ਕਿਰਪਾ ਉਸ ਅਕਾਲ ਪੁਰਖ ਦੀ, ਸਾਡੇ ਗੁਰੂ ਸਾਹਿਬ ਜੀ ਦਾ ਸਿਧਾਂਤ ਆ ਜਿਹੜਾ ਦਿੱਤਾ ਹੋਇਆ, ਜਿਹੜਾ ਦੂਸਰੀ ਬੇਟੀ ਨੂੰ ਆਪਣੀ ਬੇਟੀ, ਦੂਸਰੀ ਔਰਤ ਨੂੰ ਆਪਣੀ ਭੈਣ ਦੇ, ਮਾਂ ਦੇ, ਧੀ ਦੇ ਸਮਾਨ ਜਾਣਨਾ, ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾ ਸਮਝੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹਦੀ ਹੈ ਨਾ, ਅਤੇ ਸਤਿਗੁਰੂ ਜੀ ਕਹਿੰਦੇ ਹਨ, ਗੁਰੂ ਗੋਬਿੰਦ ਸਿੰਘ ਜੀ ਆਪਣੀ ਜੀਵਨ ਕਥਾ ਵਿੱਚ ਕਹਿੰਦੇ ਹਨ ਕਿ ਮੇਰੇ ਪਿਤਾ ਮੈਨੂੰ ਗੁਰਦੇਵ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੈਨੂੰ ਛੋਟੇ ਉਮਰ 'ਚ ਸਮਝਾਇਆ ਸੀ, ਬੇਟਾ ਗੁਰੂ ਨਾਨਕ ਦੇ ਘਰ ਵਿੱਚ ਸੋਨੇ ਦੀਆਂ ਮੋਹਰਾਂ ਅਤੇ ਪਰੀਆਂ ਤੱਕ ਮੱਥਾ ਟੇਕਣ ਆਉਣਗੀਆਂ ਅਤੇ ਸੋਨੇ ਦੀਆਂ ਮੋਹਰਾਂ ਵੀ ਡਿੱਗਣਗੀਆਂ, ਪਰ ਬੇਟਾ ਨਾ ਉਸ ਨੂੰ ਆਪਣਾ ਸਮਝਣਾ, ਪਿਆਰ ਦੇਣਾ, ਉਹਨਾਂ ਨੂੰ ਪਰੀਆਂ ਨੂੰ ਬੇਟੀਆਂ, ਧੀਆਂ, ਭੈਣਾਂ ਸਮਝਣਾ, ਅਤੇ ਮਾਇਆ ਨੂੰ ਜਿਹੜੀ ਆ ਉਹ ਸੰਗਤ ਵਾਸਤੇ ਖਰਚਣਾ। ਉਹ ਕਹਿੰਦੇ ਮੇਰੇ ਪਿਤਾ ਨੇ, ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਨੂੰ ਬਚਪਨ 'ਚ ਹੀ ਸਮਝਾ ਦਿੱਤਾ ਸੀ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਹਾਂ, ਤੁਸੀਂ ਵੀ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੋ ਸਾਰੇ ਹੀ। ਇਹ ਬੱਚੀ ਨੂੰ ਪਰਮਾਤਮਾ ਵੱਲੋਂ ਖਿੱਚ ਲੱਗੀ ਸੀ ਉਸੇ ਹੀ ਸੰਦਰਭ ਦੇ ਵਿੱਚ, ਕਿਉਂਕਿ ਸਾਡੀ ਇੱਕ ਡਿਊਟੀ ਹੈ, ਸਾਡੀ ਐਡੀ ਬੇਟੀ, ਐਡੀ ਗੁਰੂ ਸਾਹਿਬ ਦੀ ਉਸਤਤ ਕਰਨਾ ਹੀ, ਅਤੇ ਸਾਡੀ ਬੇਟੀ ਕੀ ਘਰ ਜੰਮੀ ਸਾਡੀ ਉਹਨਾਂ ਤੋਂ ਵੀ ਵੱਧ, ਉਹਨਾਂ ਉਸ ਤੋਂ ਵੀ ਜ਼ਿਆਦਾ ਪਿਆਰੀ ਹੈ ਜੀ, ਅਤੇ ਸਾਡੀ ਆਪਣੀ ਬੇਟੀ ਤੋਂ ਵੀ ਵੱਧ ਪਿਆਰੀ ਹੈ ਜੀ, ਅਤੇ ਆਪਣੀ ਹੈ ਹੀ ਆਪਣੀ। ਇਨਸਾਨੀਅਤ ਨੂੰ ਲੈ ਕੇ ਚੱਲਦੇ ਹਾਂ ਆਪਾਂ, ਇਨਸਾਨੀਅਤ ਧਰਮ ਨੂੰ ਲੈ ਕੇ ਚੱਲਦੇ ਹਾਂ। ਤੁਸੀਂ ਹਿੰਦੂ ਫੈਮਿਲੀ ਦੇ ਵਿੱਚੋਂ ਹੋ, ਅਤੇ ਕਿਵੇਂ ਲੱਗਦਾ ਮਤਲਬ ਕਿ ਇੱਕ ਸਿੱਖ ਨੂੰ ਬੜੇ ਪਾਪਾ ਕਹਿਣਾ, ਜੇ ਆਪਾਂ ਇਨਸਾਨੀਅਤ ਤੌਰ 'ਤੇ ਸੋਚੀਏ? मैं सोचती नहीं हूँ ये सब, क्योंकि मुझे मालूम है मेरे बड़े पापा हैं, मुझे मालूम है ये मेरी भतीजी है, भतीजा है, भाभी है, भैया है, तो बड़ी मम्मी इधर बैठी हुई है, तो मतलब उतना मैं सोचती नहीं हूँ। मुझे यहाँ पे आके अपने परिवार से अच्छा फील होता है। ਪਰਿਵਾਰ ਵਾਂਗੂ ਲੱਗਦਾ ਤੁਹਾਨੂੰ ਇੱਥੇ? जी जी बिल्कुल। ਅਤੇ ਸੰਗੀਤ ਦੇ ਵਿੱਚ ਟੌਪ 'ਤੇ ਹੋ ਤੁਸੀਂ, ਅਤੇ ਫਿਰ ਵੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ। ਅਤੇ ਕਿਵੇਂ ਚੁਣਿਆ ਤੁਸੀਂ ਗੁਰਬਾਣੀ ਵਾਲੀ ਲੈਣ ਨੂੰ? ਜਿਵੇਂ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਆ ਕੇ ਗਏ ਨੇ, ਤੁਸੀਂ
ਪਹਿਲੀ ਵਾਰ ਉਹਨਾਂ ਨਾਲ ਇਕੱਠਿਆਂ ਨੇ ਸਟੇਜ ਦੇ ਉੱਪਰ ਕੀਰਤਨ ਕੀਤਾ ਹੈ। ਕਿਵੇਂ ਚੋਣ ਕੀਤੀ ਤੁਸੀਂ ਵੀ ਮੈਂ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਹ ਪੜ੍ਹਿਆ ਕਰਨੇ ਨੇ? मैं पिछली बार भी आई थी तो मैंने ये बात कही थी, इस बार तो मेरा भाग्य इतना अच्छा था कि मैं साक्षात मैं भाई जी से मिली, उनके साथ मुझे गाने का सौभाग्य मिला। तो मेरी स्टार्टिंग ही क्योंकि कहीं ना कहीं से कनेक्शन था, मैं सुनती रहती थी गुरबानी। फिर पिछले 3-4 साल से ऐसा हुआ कि नहीं, मुझे गाने का मन कर रहा है, गाने का मन कर रहा है। और ये ऐसा मन मुझे भाई हरजिंदर सिंह जी के वीडियोस जब मैं यूट्यूब पे देखती थी तो एक देखी तो दूसरा अपने आप चलने लग जाता है, पूरा घंटों भर मैं सुनती रहती थी। तो शब्द मुझे थोड़े बहुत शुरुआत में समझ नहीं आते थे, तो मुझे धुन याद रह जाता था कि ये वो धुन दिमाग में चल रहा है। फिर धीरे धीरे करके मैंने शब्द उच्चारण कैसे करना है वो करना सीखा। उसके बाद फिर होते गया अभी भी सीख रही हूँ। ਜਿਵੇਂ ਗੁਰਬਾਣੀ ਤੁਸੀਂ ਗਾਉਂਦੇ ਹੋ, ਸ਼ਬਦ ਦਾ ਕੀਰਤਨ ਕਰਦੇ ਹੋ, ਮਨ ਨੂੰ ਸਕੂਨ ਮਿਲਦਾ ਹੋਵੇਗਾ? बिल्कुल बिल्कुल। ਕੁਝ ਸਮਝਣ ਦਾ ਯਤਨ ਵੀ ਕਰਦੇ ਹੋ ਵੀ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ ਸਮਝਾ ਕੀ ਰਹੇ ਨੇ, ਸਿੱਖਿਆ ਕੀ ਦੇ ਰਹੇ ਨੇ? जी सबकी मतलब समझती हूँ। ਮੈਂ ਤੁਹਾਨੂੰ ਜੀ ਇੱਕ ਸਵਾਲ ਕਰਾਂ ਵੀ ਜਿਹੜੀ ਪੰਜਾਬ ਦੀ ਧਰਤੀ ਹੈ, ਆਮ ਕਰਕੇ ਕਿਹਾ ਜਾਂਦਾ ਹੈ ਗੁਰੂਆਂ ਦੀ ਧਰਤੀ ਹੈ ਨਾ, ਤੁਹਾਡੇ ਸਾਹਮਣੇ ਹੈ ਵੀ ਪੰਜਾਬ ਦੀ ਧਰਤੀ ਦੇ ਉੱਪਰ ਬਹੁਤ ਸਾਰਾ ਜਿਹੜਾ ਇਦਾਂ ਦਾ ਸਿਸਟਮ ਵੀ ਬਣ ਗਿਆ ਵੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਭਰਾ ਵੀ ਇੱਕ ਦੂਜੇ ਦਾ ਵੈਰੀ ਹੋਇਆ ਪਿਆ ਹੈ ਨਾ, ਦੁਸ਼ਮਣ ਖੜੇ ਕਰ ਲਏ ਨੇ ਇੱਥੇ ਲੋਕਾਂ ਨੇ, ਰਾਜਨੀਤਿਕ ਲੋਕ ਨੇ ਜਿਹੜੇ ਉਹ ਵੀ ਕਿੱਧਰਲੇ ਪਾਸੇ ਨੂੰ ਤੁਰ ਪਏ ਨੇ, ਧਾਰਮਿਕ ਜਿਹੜੇ ਲੋਕ ਉਧਰ ਨੂੰ ਤੁਰ ਪਏ ਨੇ ਹੈ ਨਾ। ਕਿਵੇਂ ਲੱਗਦਾ ਤੁਹਾਨੂੰ ਵੀ ਗੁਰੂਆਂ ਦੀ ਧਰਤੀ ਤੇ ਇਦਾਂ ਦਾ ਕੁਝ ਨਹੀਂ ਸੀ ਹੋਣਾ ਚਾਹੀਦਾ? ਦੇਖੋ ਜੀ, ਗੱਲ ਇਹ ਆ, ਤੁਸੀਂ ਉਮਰ 'ਚ ਬੜੇ ਛੋਟੇ ਹੋ, ਮੈਂ ਤਾਂ ਬੇਟਾ ਕਹਿ ਕੇ ਸੰਬੋਧਨ ਕਰਾਂਗਾ। ਬੇਟਾ, ਗੱਲ ਇਹ ਆ, ਸਤਿਗੁਰੂ ਸਾਹਿਬ ਜੀ ਦਾ ਇੱਕ ਸੁਨੇਹਾ ਹੈ, ਜੇ ਉਹਨੂੰ ਆਪਾਂ ਅਪਣਾ ਲਈਏ ਨਾ, ਸਾਚ ਕਹੂੰ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਗੱਲ ਇਹ ਹੈ ਕਿ ਆਪਾਂ ਲੋਕਾਂ ਵੱਲ ਵੇਖ ਕੇ ਆਪਣਾ ਮਨ ਖਰਾਬ ਨਹੀਂ ਕਰਨਾ, ਆਪਣੀ ਬਿਰਤੀ ਖਰਾਬ ਨਹੀਂ ਕਰਨੀ। ਆਪਾਂ ਆਪਣੇ ਆਪ ਨੂੰ ਸਮਝਾਉਣਾ, ਆਪਣੇ ਮਨ ਨੂੰ ਸਮਝਾ ਕੇ ਆਪਾਂ ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣਾ, ਆਪਣੇ ਜੀਵਨ 'ਚ ਸੁਧਾਰ ਲਿਆਉਣਾ। ਸਾਡਾ ਜੇ ਪ੍ਰਚਾਰ ਤਾਂ ਸਹੀ ਮਾਇਨੇ ਵਿੱਚ ਹੋਊਗਾ ਜੇ ਸਾਡਾ ਜੀਵਨ ਚੰਗਾ ਹੋਏਗਾ। ਅਸੀਂ ਕੋਸ਼ਿਸ਼ ਕਰਦੇ ਹਾਂ, ਜਿਹੜਾ ਸਾਨੂੰ ਸਿੱਖਿਆ ਮਿਲੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ, 10 ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲੋਂ ਜਾਂ ਸੰਗਤ ਵਿੱਚੋਂ ਮਿਲਦੀ ਆ, ਉਸ ਦਾ ਅਸੀਂ ਉਸ ਨੂੰ ਅਮਲੀ ਜਾਮਾ ਜਿੰਨਾ ਕੁ ਪਹਿਨਾ ਸਕਦੇ ਹਾਂ, ਅਤੇ ਉਹ ਅਸੀਂ ਵੱਧ ਤੋਂ ਵੱਧ ਪਿਆਰ ਵੰਡ ਰਹੇ ਹਾਂ। ਅਤੇ ਅਸੀਂ ਧੜੇਬੰਦੀ ਰਾਜਨੀਤਿਕ, ਭਾਵੇਂ ਸਾਡੀ ਕੋਈ ਪਾਰਟੀ ਹੋਵੇ, ਕਿਤੇ ਨਾ ਕਿਤੇ ਵੋਟ ਤਾਂ ਪਾਉਣੀ ਆ, ਪਰ ਅਸੀਂ ਇਹ ਸਮਾਗਮਾਂ ਵਿੱਚ ਧਰਮ ਵਿੱਚ ਉਸ ਨੂੰ ਦਖਲਅੰਦਾਜ਼ੀ ਉਹਦੀ ਜਿਹੜੀ ਆ ਉਹ ਨਿੱਲ ਕੀਤੀ ਹੋਈ ਆ। ਸਾਡਾ ਜਿਹੜਾ ਮਰਜ਼ੀ ਆਵੇ ਥੱਲੇ ਬੈਠੇਗਾ, ਕੇਵਲ ਪ੍ਰਚਾਰਕ ਕੀਰਤਨੀਆਂ ਕਥਾਵਾਚਕ ਉੱਪਰ ਬੈਠੇਗਾ। ਸਪੈਸ਼ਲ ਸੱਦਾ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਅਸੀਂ ਨਹੀਂ ਦਿੰਦੇ। ਈਵਨ ਅੱਜ 2 ADGP ਸਾਹਿਬ ਆਉਣੇ ਸੀਗੇ, ਅਤੇ ਮੈਂ ਸੋਚਿਆ ਕਿਸੇ ਨੂੰ ਪਰੇਸ਼ਾਨੀ ਹੋਵੇਗੀ ਤਾਂ ਮੈਨੂੰ ਬੇਨਤੀ ਕਰਤੀ ਕਿ ਤੁਸੀਂ ਨਾ ਆਇਓ। ਅਤੇ ਇਸ ਕਰਕੇ ਅਸੀਂ ਤਾਂ ਗੁਰੂ ਸਾਹਿਬ ਨੂੰ ਫਾਲੋ ਕਰ ਰਹੇ ਹਾਂ, ਤਾਂ ਮੈਂ ਬੇਨਤੀ ਕਰਾਂਗਾ ਸਾਰਾ ਜੱਗ ਹੀ ਫਾਲੋ ਕਰੇ, ਸਭ ਠੀਕ ਹੈ, ਝਗੜੇ ਮੁੱਕ ਜਾਣਗੇ। ਜਿਵੇਂ ਗੁਰਮਤਿ ਸਮਾਗਮ ਬਹੁਤ ਵਧੀਆ ਹੋਇਆ, ਇਹਦੇ ਨਾਲ ਫੀਲਡ ਦੇ ਉੱਪਰ ਵੀ ਕੁਝ ਕਰ ਰਹੇ ਹੋ ਵੀ ਜਿਵੇਂ ਆਪਾਂ ਰੋਜ਼ਾਨਾ ਲਾ ਲਓ ਜਾਂ ਵੀਕਲੀ ਲਾ ਲਓ ਜਾਂ ਮਹੀਨੇ ਬਾਅਦ ਲਾ ਲਓ, ਕੋਈ ਸਮਾਗਮ ਜਾਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਹੋਰ ਉਪਰਾਲੇ ਕਿਹੜੇ ਕਰ ਰਹੇ ਹੋ ਜੀ? ਨਹੀਂ, ਬਹੁਤ ਸਾਰੇ ਆ ਜੀ। ਜਿਵੇਂ ਮੈਂ ਕਾਰ ਸੇਵਾ ਜ਼ਿਆਦਾ ਕਰਦਾ ਜੀ। ਮੈਂ ਯੂਪੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਸਥਾਨ ਬਣਾਇਆ, ਕਾਫੀ ਉਹ 'ਚ ਬਹੁਤ ਵੱਡੀ ਸੇਵਾ ਨਿਭਾਈ ਆ। ਇਸੇ ਤਰ੍ਹਾਂ ਬਿਹਾਰ ਦੇ ਵਿੱਚ ਲక్ష్ਮੀਪੁਰ ਪਿੰਡ ਹੈ, ਉੱਥੇ 7 ਪਿੰਡ ਸਰਦਾਰਾਂ ਦੇ ਹਨ, ਉੱਥੇ ਬਹੁਤ ਵੱਡੀ ਸੇਵਾ ਕਰਾਈ ਹੈ। ਇਸ ਤੋਂ ਅੱਗੇ ਫਿਰ ਆਪਣਾ ਅਸਾਮ ਵਿੱਚ ਧੋਬੜੀ ਸਾਹਿਬ ਹੈ, ਇੱਥੇ ਨਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੇ ਵੀ ਸੇਵਾ ਕਰਾਈ ਹੈ। ਬਹੁਤ ਸਾਰੇ ਸਥਾਨਾਂ 'ਤੇ ਪਿਛਲੇ ਸਾਲ ਮੈਂ ਪਾਕਿਸਤਾਨ ਜਾ ਕੇ ਕਾਫੀ ਸੇਵਾ ਕਰਾ ਕੇ ਆਇਆ ਸੀ। ਮੇਰਾ ਕਿਉਂਕਿ ਇੱਕ ਫੀਲਡ ਹੁੰਦਾ ਹਰ ਮਨੁੱਖ ਦਾ, ਇੱਕ ਮੇਰਾ ਫੀਲਡ ਸੇਵਾ ਵਾਲਾ ਹੋਇਆ। ਤਾਂ ਮੈਂ ਜਿਹੜੀ ਸਾਰੀ ਮੇਰੀ ਹੈਗਾ, ਜਿਵੇਂ ਮੈਂ ਲੰਗਰਾਂ ਵਿੱਚ ਜਾਣਾ, ਪ੍ਰਚਾਰ ਕਰਨਾ ਗੁਰਮਤਿ ਦਾ, ਨਨਕਾਣਾ ਸਾਹਿਬ ਜਾ ਕੇ ਵੀ, ਔਰ ਮੈਂ ਲਾਹੌਰ ਚੂਨਾ ਮੰਡੀ ਵੀ ਜਾ ਕੇ ਵੀ ਮੈਂ ਗੁਰਮਤਿ ਦਾ ਪ੍ਰਚਾਰ ਕਰਨਾ। ਮੈਨੂੰ ਜਿੰਨੀ ਕੁ ਮਹਾਰਾਜ ਨੇ ਸਮਰੱਥਾ ਦਿੱਤੀ, ਤਾਕਤ ਦਿੱਤੀ, ਮੈਂ ਆਪਣੇ ਆਪ ਨੂੰ ਉਸ ਪਾਸੇ ਰੱਖਿਆ ਹੋਇਆ। ਮਤਲਬ ਮੈਂ ਜ਼ਿਆਦਾ ਫੀਲਡ ਨਹੀਂ ਚੁਣਿਆ, ਇੱਕ ਸੇਵਾ ਦਾ ਫੀਲਡ ਚੁਣਿਆ ਹੋਇਆ। ਮਤਲਬ ਗੁਰਬਾਣੀ ਦਾ ਪ੍ਰਚਾਰ ਮੇਰਾ ਮੁੱਖ ਜਿਹੜਾ ਹੈਗਾ ਉਹ ਮਕਸਦ ਹੈ। ਪੰਜਾਬ 'ਤੇ ਆਏ ਹੋ, ਅਤੇ ਜੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਸੰਗੀਤ ਦੇ ਨਾਲ ਤੁਹਾਡੀ ਸਟੱਡੀ? हाँ, मैं ग्रेजुएशन में 2nd ईयर में हूँ, दिल्ली यूनिवर्सिटी से। आगे क्या बनना चाहते हो आप? मैं अभी तो मैं संगीत में ही हूँ और इसी में ही लगी रहूँगी जब तक मुझे मेरे अंदर हिम्मत है। मैं करती रहूँगी और बस पढ़ाई में भी मैं अच्छा करती रहूँगी, और आप सभी को बाद में पता चलेगा अगर मैं जो सोच रही हूँ वो सक्सेसफुल हुआ तो। ਪਟਨੇ ਦੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਹੋਣਗੇ, ਸਟੇਜਾਂ 'ਤੇ ਬੋਲੇ ਹੋਵੋਗੇ, ਅਤੇ ਪੰਜਾਬ ਦੇ ਵਿੱਚ ਤੁਸੀਂ ਕਦੇ ਪਹਿਲਾਂ ਵੀ ਗੁਰਮਤਿ ਸਮਾਗਮ ਕਿਸੇ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ? जी, एक बार मैं शुरुआत में आई थी, वो डेराबस्सी में मैंने एक समागम में अपनी प्रस्तुति दी थी।
उसके बाद मैं यहीं पे आई हूँ, 2 बार आई हूँ लगातार। ਪੰਜਾਬ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣ, ਦਰਬਾਰ ਸਾਹਿਬ ਗਏ ਹੋਵੋ, ਆਨੰਦਪੁਰ ਸਾਹਿਬ ਗਏ ਹੋ? मैं अमृतसर हरमिंदर साहिब जी गई थी, पिछली बार गई थी, इस बार भी कल मैं जाऊँगी, कल या परसों फिर से समय बन रहा है। ਪਰਿਵਾਰ ਵੱਲੋਂ ਕਿੱਦਾਂ ਸਹਿਯੋਗ ਮਿਲ ਰਿਹਾ? ਜਿਹੜਾ ਤੁਹਾਡਾ ਸਾਰਾ ਪਰਿਵਾਰ ਹੈ ਉਹ ਕੀ ਕਹਿੰਦਾ ਜਾਂ ਤੁਸੀਂ ਸ਼ਬਦ ਪੜ੍ਹਦੇ ਹੋ, ਬੈਠ ਕੇ ਗਾਉਂਦੇ ਹੋ, ਸਟੱਡੀ ਕਰਦੇ ਹੋ? ਤੇ ਜੇ ਸਿੱਖ ਧਰਮ ਦੀ ਗੱਲ ਮੈਂ ਕਰਾਂ, ਕਿਵੇਂ ਸਹਿਯੋਗ ਮਿਲ ਰਿਹਾ? सभी के डायरेक्शन से, सभी के उसी से मैं जो कर रही हूँ, तो पापा मम्मी सब लोग मुझे समझाते हैं जैसे जैसे कि कब रियाज़ करना है, कब पढ़ना है, मतलब मैं कुछ भी करती हूँ तो मैं अपने माँ पापा के मार्गदर्शन से कर रही हूँ। जी। ਤੁਸੀਂ ਕਿਸ ਤੋਂ ਸਿੱਖੇ ਵੀ ਹੋ? ਕੋਈ ਤੁਹਾਨੂੰ ਸਿਖਾਉਣ ਵਾਲਾ ਜਿੱਥੋਂ ਤੁਸੀਂ ਸਿੱਖੇ ਹੋਵੋ ਪਟਨੇ ਦੇ ਵਿੱਚ? मेरे मेरे पिताजी मेरे म्यूज़िक टीचर हैं और मैंने क्लासिकल म्यूज़िक सीखा है, सीख रही हूँ अभी भी। तो मैंने प्रभाकर कर लिया है, मैं उसके आगे प्रवीण कर रही हूँ अभी कॉलेज से भी। ਜਿਵੇਂ ਕਹਿੰਦੇ ਹੁੰਦੇ ਆ, ਸੰਗੀਤ ਦਾ ਕੋਈ ਅਖੀਰ ਨਹੀਂ ਹੁੰਦਾ, ਐਂਡ ਨਹੀਂ ਹੁੰਦਾ ਹੈਗਾ। ਇਹ ਕਿਹਾ ਜਾਂਦਾ ਵੀ ਸੰਗੀਤ ਦਾ ਕੋਈ ਅਖੀਰ ਨਹੀਂ ਹੈ, ਸੰਗੀਤ ਬਹੁਤ ਉੱਚਾ। ਕਿੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋਗੇ? मैंने इसीलिए कहा कि मैं जब तक मेरे अंदर साहस है, हिम्मत है, मैं तब तक करती रहूँगी, बस वो ख़त्म ना हो कभी, बस लगे रहो। ਇਦਾਂ ਵੀ ਹੁੰਦਾ ਹੈ ਵੀ ਪਹਿਲਾਂ ਪਹਿਲਾਂ ਜਿਵੇਂ ਬਹੁਤ ਸਾਰੇ ਗੁਰੂ ਘਰ ਦੇ ਕੀਰਤਨੀਏ ਹੋਏ ਨੇ, ਤੁਸੀਂ ਸਮਝਦੇ ਹੋਵੋਗੇ, ਕੀਰਤਨ ਕਰਨ ਵਾਲੇ ਹੋਏ ਨੇ, ਇਹ ਫੀਲਡ ਦੀ ਚੋਣ ਕਰ ਲੈਂਦੇ ਨੇ। ਜਦ ਬਣਦਾ ਕਈ ਵਾਰ ਹੱਕ ਨਹੀਂ ਮਿਲਦਾ ਤੇ ਇਹ ਫੀਲਡ ਛੱਡ ਚੁੱਕੇ ਹੁੰਦੇ ਨੇ, ਗਾਇਕੀ ਵੱਲ ਨੂੰ ਤੁਰ ਜਾਂਦੇ ਨੇ। ਬਹੁਤ ਸਾਰੇ ਸਾਡੇ ਸਾਹਮਣੇ ਨੇ ਇਦਾਂ ਦੇ, ਹੈ ਨਾ? ਇਦਾਂ ਤਾਂ ਨਹੀਂ ਹੋਏਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਕੁਝ ਉਧਰ ਨੂੰ ਹੋ ਜਾਏਗੀ? इसमें इसीलिए बोलते हैं, जब आपने जो कुछ सोचा है, काफ़ी लोग होते हैं कि मुझे ये बनना है, मुझे ये बनना है, सोच लेते हैं कि, लेकिन उस हिसाब से हो नहीं पाता है सब कुछ। तो काफ़ी चीज़ें होती हैं जो मायने रखती है, इसमें डिटर्मिनेशन होना चाहिए, आप निस्वार्थ तरीके से आप उस चीज़ में मेहनत करें, और बहुत ज़्यादा ज़रूरी है फैमिली सपोर्ट, आपको फैमिली सपोर्ट करें और सब कुछ आपके अनुकूल हो। बस मैं सभी के लिए प्रे करती हूँ, जो जिन लोगों ने अपने बारे में जैसा सोचा है, सभी जो हमारे युवा हैं, जो अपने अपने फील्ड में काम करना चाहते हैं, वो सभी करते रहें। ਰਾਤੋਂ ਰਾਤ ਕਹਿ ਕੇ ਜਾ ਰਿਹਾ ਵੀ ਤੁਸੀਂ ਸਟਾਰ ਬਣ ਗਏ ਸੀਗੇ। ਬਾਲੀਵੁੱਡ ਤੋਂ ਵੀ ਕੋਈ ਆਫਰ ਆਈ ਹੈ ਵੀ ਹਾਂ ਸਾਡੇ ਲਈ ਗਾਇਆ ਜਾਵੇ? रातों रात का तो नहीं मालूम, लेकिन मैं बहुत पहले से मेहनत कर रही हूँ, और ऐसा हुआ कि पिछले 2-3 सालों में जो लोगों ने मुझे पहचानना शुरू किया, वो बहुत अच्छा लगा मुझे। मैंने सोचा नहीं था कि ऐसा होगा। और बॉलीवुड से तो बहुत सारे लोगों ने, क्योंकि सोशल मीडिया का दौर है, सभी लोग वैसे ही कि आप बात करना चाहते हैं। मतलब हाँ, मुझे मालूम है कि मुझे क्या गाना है, क्या नहीं गाना है, तो वो मैं जानती हूँ। ਭਾਈ ਸਾਹਿਬ ਜੀ, ਬੇਟੀ ਨੇ ਤੇ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ, ਦੋਹਾਂ ਨੇ ਅੱਜ ਇਕੱਠੇ ਬੈਠ ਕੇ ਕੀਰਤਨ ਕੀਤਾ। ਤੁਸੀਂ ਬਿਲਕੁਲ ਸਾਹਮਣੇ ਬੈਠੇ ਸੀ, ਕੀ ਫੀਲ ਕਰ ਰਹੇ ਸੀ ਦਿਲ ਦੇ ਵਿੱਚ? ਜ਼ਿੰਦਗੀ ਵਿੱਚ ਇੱਕ ਬੜਾ ਅਨੋਖਾ ਮੌਕਾ ਸੀ, ਔਰ ਇਹੋ ਜਿਹਾ ਮੌਕਾ ਸ਼ਾਇਦ ਹੀ ਜ਼ਿੰਦਗੀ 'ਚ ਮਿਲੇ। ਅਰਦਾਸ ਕਰ ਸਕਦੇ ਹਾਂ ਵੀ ਦੁਬਾਰਾ ਮਿਲੇ। ਯਕੀਨਨ ਮਤਲਬ ਪਤਾ ਨਹੀਂ ਲੱਗ ਰਿਹਾ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਕਿਵੇਂ ਹੋਈ ਤੇ ਕਿੱਦਾਂ, ਮਤਲਬ ਕਦੇ ਸੋਚਿਆ ਵੀ ਨਹੀਂ ਸੀ ਜੋ ਹੋਇਆ। ਉਸ ਨੂੰ ਅਨੁਭਵ ਕੀਤਾ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਜੋ ਮਤਲਬ ਜਿਵੇਂ ਗੁਰਬਾਣੀ ਸਤਿਗੁਰੂ ਜੀ ਕਹਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਉਸ ਤਰ੍ਹਾਂ ਦੀ ਅਵਸਥਾ ਸੀ। ਇਹ ਗੂੰਗੇ ਕੀ ਮਠਿਆਈ ਸੀ, ਕੋਈ ਅਬ ਉਸ ਨੂੰ ਫੀਲ ਕੀਤਾ ਜਾ ਸਕਦਾ, ਜਿਵੇਂ ਹਵਾ ਮਹਿਸੂਸ ਹੁੰਦੀ ਹੈ, ਪਰਮੇਸ਼ਰ ਦੀ ਹੋਂਦ ਮਹਿਸੂਸ ਹੁੰਦੀ ਹੈ। ਇਵੇਂ ਉਹ ਮਾਹੌਲ ਗੁਰੂ ਸਾਹਿਬ ਅੱਗੇ ਨਮਸਕਾਰ ਕਰ ਰਹੇ ਸੀ ਕਿ ਧੰਨ ਪਾਤਸ਼ਾਹ ਤੇਰੀ ਕਿਰਪਾ ਹੈ। ਹੋਰ ਤਾਂ ਇਸ ਤੋਂ ਵੱਧ ਅੱਗੇ ਕੋਈ ਲਫ਼ਜ਼ ਹੀ ਨਹੀਂ ਮਿਲਦੇ। ਹੁਣ 1-2 ਦਿਨ ਪੰਜਾਬ ਰਹਿਣਗੇ, ਇੱਦਾਂ ਮਨ ਨਹੀਂ ਕਰਦਾ ਵੀ ਇਹ 15-20 ਦਿਨ ਇੱਥੇ ਰਵੇ ਤੇ ਮੈਂ ਸਾਰੇ ਪੰਜਾਬ ਦੇ ਗੁਰਦੁਆਰਾ ਸਾਹਿਬ ਇਹਨਾਂ ਨੂੰ ਦਿਖਾ ਕੇ ਲੈ ਕੇ ਆਵਾਂ? ਗੱਲ ਇਹ ਹੈ ਜੀ ਕਿ ਇਹ ਦੇਖੋ ਕਿ ਪਿਆਰ ਦੀ ਗੱਲ ਹੈ, ਇਹ ਕਿਤੇ ਵੀ ਨਹੀਂ ਕਦੇ ਰਹੇ। ਇਹ ਇੱਕ ਵਾਕਈ ਪਰਿਵਾਰਕ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੈ। ਤੇ ਐਡੇ ਵੱਡੇ ਸਟਾਰ ਨੂੰ ਰੱਖਣਾ, ਦੂਜੀ ਤੀਜੀ ਕਰਨਾ, ਉਹਨੂੰ ਇੰਨੇ ਦਿਨ ਇੱਥੇ ਉਹ ਰੱਖਣਾ, ਇਹ ਪ੍ਰਮਾਤਮਾ ਦੀ ਕਿਰਪਾ ਤੋਂ ਬਗੈਰ ਨਹੀਂ ਹੁੰਦਾ। ਮੈਂ ਵੀ ਇਹ ਚਾਹਾਂਗਾ, ਕਿਉਂਕਿ ਬੇਟੀ ਨੇ ਬਹੁਤ ਤਰੱਕੀ ਕਰਨੀ ਆ। ਸਾਡਾ ਮਿਸ਼ਨ ਇਹ ਨਹੀਂ ਇਕੱਲਾ ਉਹਨੂੰ ਰੱਖ ਕੇ, ਸਾਡਾ ਮਿਸ਼ਨ ਇਹ ਆ ਕਿਉਂਕਿ ਅਸੀਂ ਕੋਈ ਉਸ ਤੋਂ ਪੋਲੀਟੀਕਲ ਗੇਨ ਨਹੀਂ ਕਰਨਾ। ਮੇਰੀ ਬੱਚੀ ਹੈ ਉਹ, ਨਾ ਹੀ ਅਸੀਂ ਕੋਈ ਸਾਡੀ ਪ੍ਰਸਿੱਧੀ, ਸਹੀ ਇੱਕ ਸੇਵਾ ਦੇ ਭਾਵਨਾ ਲੈ ਕੇ ਚੱਲੇ ਹਾਂ। ਤੁਸੀਂ ਦੇਖੋ ਜਾ ਕੇ ਕਿਤੇ ਮੇਰੇ ਸਾਥੀਆਂ ਨੂੰ ਪੁੱਛੋ, ਜਦੋਂ ਅਸੀਂ ਬਾਹਰ ਜਾਂਦੇ ਹਾਂ ਬਾਹਰਲੇ ਦੇਸ਼ਾਂ 'ਚ, ਉੱਥੇ ਵੀ ਇਸ ਤਰ੍ਹਾਂ ਹੀ ਅਸੀਂ ਲੰਗਰਾਂ 'ਚ ਹੀ ਸੇਵਾ ਕਰਦੇ ਹਾਂ। ਇੱਥੇ ਵੀ ਕੋਈ ਬਾਬਾ ਬਣ ਕੇ ਉੱਪਰ ਵੜ ਕੇ ਨਹੀਂ ਬੈਠਦੇ ਅਸੀਂ। ਸੋ ਸਾਡੇ ਇੱਕ ਨਾ ਪਿਆਰ ਹੈ, ਅਸੀਂ ਉਹ ਪਿਆਰ ਨੂੰ ਕਾਇਮ ਰੱਖਣਾ। ਆਪਣੀ ਬੱਚੀ ਵਾਲਾ, ਆਪਣੀ ਮਾਂ ਬਾਪ ਵਾਲਾ ਪਿਆਰ, ਸਾਡੀ ਉਹ ਮੇਰੀ ਘਰਵਾਲੀ ਹੈ, ਮੇਰਾ ਬੇਟਾ ਹੈ, ਅਤੇ ਉਹਨੇ ਵੀ ਇਹਨੂੰ ਭੈਣ ਵਾਲਾ ਪਿਆਰ ਦੇਣਾ, ਉਹਨੇ ਵੀ ਧੀ ਵਾਲਾ ਪਿਆਰ ਦੇਣਾ। ਸਾਰੇ ਹੀ ਇਹ ਸਾਡੀ ਬੱਚੀ ਹੈ, ਅਤੇ ਅਸੀਂ ਉਹ ਬੱਚੀ ਨੂੰ ਉਹਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਵੀ ਜੇ ਕੋਈ ਇੱਥੇ ਰਹੇਗੀ ਵਿਚਾਰੀ ਦਾ ਨੁਕਸਾਨ ਹੋਵੇ। ਉਹਨੇ ਕਈ ਪ੍ਰੋਗਰਾਮ ਹੋਣਗੇ, ਕਈ ਕੁਛ ਕਿਤੇ ਜਾਣਾ ਹੋਵੇਗਾ।
ਸੋ ਇਸ ਕਰਕੇ ਉਹ ਵੀ ਜੇ ਉਹਦੀ ਇੱਛਾ ਹੋਵੇ ਤਾਂ ਅਸੀਂ ਕਰ ਸਕਦੇ ਹਾਂ, ਪਰ ਉਹਨੂੰ ਫੋਰਸ ਨਹੀਂ ਕਰ ਸਕਦੇ। ਉਹਦਾ ਮਨ ਕਰਦਾ ਹੈ ਵੀ ਪੰਜਾਬ ਬਹੁਤ ਟਾਈਮ ਰਵਾਂ ਤੇ ਗੁਰਦੁਆਰਾ ਸਾਹਿਬ ਘੁੰਮਾਂ। मैं जैसे ही कार्यक्रम खत्म हुआ था मैं तब से पूछ रही आगे का क्या प्लान है, मतलब मुझे खुद यहाँ पे, मैं जब तक हूँ मुझे ऐसा मन करे कि मैं हर चीज़ देखूँ यहाँ पे, जितनी चीज़ मैं देख सकती हूँ। ਏਦਾਂ ਨਹੀਂ ਦਿਲ ਕੀਤਾ ਤੁਹਾਡਾ ਜਦ ਤੁਸੀਂ ਬਾਹਰ ਨਿਕਲੇ ਹੋਵੋਗੇ ਵੀ ਕਿਵੇਂ ਫਸਲ ਬੀਜੀ ਹੋਈ ਹੈ ਹੈਨਾ, ਕਿਵੇਂ ਮੂਲੀਆਂ ਉੱਗੀਆਂ ਪਈਆਂ ਨੇ, ਸਾਗ ਉੱਗਿਆ ਪਿਆ ਹੈ ਨਾ, ਕੀ ਕੁਝ ਹੋਇਆ ਪਿਆ, ਤੁਹਾਡਾ ਦਿਲ ਨਹੀਂ ਕੀਤਾ ਮੈਂ ਘੁੰਮ ਕੇ ਆਵਾਂ, ਇੱਧਰ ਜਾ ਕੇ ਆਵਾਂ? कल भी घूम के आए हम लोग। आपको नहीं मालूम, आप तो अभी अभी हमसे मिले हैं, हम लोग कल भी घूम के आए हैं, अभी भी थोड़ी देर में निकलेंगे घूम। ਬਹੁਤ ਵਧੀਆ ਲੱਗਿਆ ਨਾ ਪੰਜਾਬ? जी अरे मज़ा आ रहा है बिल्कुल, यहाँ का खाना भी, यहाँ की बोल चाल मैं सीख रही हूँ धीरे धीरे। अच्छा लग रहा है। ਜਾਣੇ का मन कर रहा है? नहीं ਸੱਚੀ ਗੱਲ ਹੈ? सच्ची में। ਚਲੋ ਇੱਕ ਸ਼ਬਦ, ਕੋਈ ਦੋ ਲਾਈਨਾਂ ਜਿਹੜਾ ਤੁਹਾਨੂੰ ਬੜਾ ਪਸੰਦ ਹੋਵੇ। ਵੈਸੇ ਤੇ ਗੁਰਬਾਣੀ ਸਾਰੀ ਅਗਾਧ ਬੋਧ ਹੈ, ਸਾਰੀ ਗੁਰਬਾਣੀ ਤੁਹਾਡੇ ਮਨ ਨੂੰ ਟੁੰਬਦਾ ਹੋਵੇ, ਤੁਹਾਡਾ ਦਿਲ ਕਰਦਾ ਹੋਵੇ, ਮੈਂ ਉਸ ਸ਼ਬਦ ਦੇ ਦੋ ਬੋਲ ਜ਼ਰੂਰ ਸਾਡੇ ਚੈਨਲ ਦੇ ਨਾਲ ਸਾਂਝੇ ਕਰੋ। सतनाम वाहिगुरु, सतनाम वाहिगुरु, सतनाम वाहिगुरु, सतनाम वाहिगुरु, वाहिगुरु 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 तन वाहिगुरु, वाहिगुरु 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 वाहिगुरु, सतनाम वाहिगुरु, सतनाम वाहिगुरु, सतनाम वाहिगुरु, सतनाम वाहिगुरु, वाहिगुरु 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 धन वाहिगुरु, वाहिगुरु 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 धन वाहिगुरु, सतनाम वाहिगुरु, सतनाम वाहिगुरु, सतनाम वाहिगुरु, सतनाम वाहिगुरु। ਸ਼ੁਕਰੀਆ ਜੀ। ਅਖੀਰਲਾ ਸਵਾਲ ਹੈ ਜੀ, ਸਾਰੇ ਕਾਸੇ ਤੋਂ ਪਰੇ ਹੋ ਕੇ, ਧਰਮਾਂ ਤੋਂ ਪਰੇ ਹੋ ਕੇ ਸਾਰੀ ਦੁਨੀਆ ਨੂੰ ਸਾਂਝਾ ਸੁਨੇਹਾ ਕੀ ਦੇਣਾ ਚਾਹੋਗੇ, ਕਿਉਂਕਿ ਅੱਜ ਦੋ ਇਨਸਾਨ ਆਮੋ ਸਾਹਮਣੇ ਬੈਠੇ ਨੇ? ਇਸ ਤਰ੍ਹਾਂ ਜੀ, ਮੈਂ ਉਸ ਪਰਮੇਸ਼ਰ ਦਾ ਸੁਨੇਹਾ ਹੀ ਦੇਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਦੇ ਅਸੀਂ ਸਾਰੇ ਹੀ ਬੱਚੇ ਹਾਂ। ਸਾਡੇ ਗੁਰੂ ਸਾਹਿਬ ਦਾ ਜੋ ਹੁਕਮ ਹੈ, ਜੋ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਹੈ, ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ ਵੋ, ਇੱਕ ਪਿਤਾ ਇੱਕ ਕੇ ਹਮ ਬਾਰਕ, ਸਭੇ ਸਾਂਝੀ ਵਾਰ ਸਦਾਇਨ ਕੋਈ ਨਾ ਦਸੇ ਬਾਰਾ ਜੀਓ। ਇਹ ਮੈਂ ਤਿੰਨ ਵੱਖ-ਵੱਖ ਸ਼ਬਦਾਂ ਦੀਆਂ ਦੋ ਪੰਕਤੀਆਂ ਪੜ੍ਹੀਆਂ ਹਨ। ਰੱਜ ਕੇ ਪਿਆਰ ਕਰੋ ਜੀ, ਨਫ਼ਰਤ ਨੂੰ ਜੀਵਨ ਦੇ ਵਿੱਚ ਥਾਂ ਹੀ ਨਾ ਦੇਵੋ, ਨਫ਼ਰਤ ਦਾ ਬੀਜ ਖਤਮ ਕਰ ਦਿਓ। ਇਹ ਕੋਸ਼ਿਸ਼ ਕਰੋ ਪਰਮਾਤਮਾ ਅੱਗੇ, ਗੁਰੂ ਸਾਹਿਬ ਅੱਗੇ, ਜਿਹਨੂੰ ਵੀ ਤੁਸੀਂ ਮੰਨਦੇ ਉਹਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਨਫ਼ਰਤ ਖਤਮ ਹੋ ਜਾਵੇ, ਲੋਕ ਸੁਖੀ ਵਸ ਜਾਣਗੇ। ਜਦੋਂ ਨਫ਼ਰਤ ਖਤਮ ਹੋ ਜਾਵੇਗੀ, ਲੋਕ ਲੰਗਰ ਸਾਂਝਾ ਕਰ ਲੈਣਗੇ, ਲੋਕ ਰਿਸ਼ਤੇ ਵੀ ਸਾਂਝੇ ਕਰ ਲੈਣਗੇ, ਲੋਕ ਇੱਕ ਜਗ੍ਹਾ ਬੈਠ ਵੀ ਜਾਣਗੇ। ਜਦੋਂ ਅਸੀਂ ਆਪਣੇ ਆਪ ਨੂੰ ਸੁਪਰੀਮ ਸਮਝ ਕੇ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਝਗੜਿਆਂ ਵਿੱਚ ਪੈਂਦੇ ਹਾਂ। ਸਤਿਗੁਰੂ ਜੀ ਕਹਿੰਦੇ ਹਨ, ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ। ਮੇਰੀ ਤੇ ਇਹ ਬੇਨਤੀ ਹੈ ਜੀ, ਤੁਸੀਂ ਮੇਰੇ ਬੱਚਿਆਂ ਵਰਗੇ ਹੋ, ਮੇਰੀ ਇਹ ਬੇਨਤੀ ਹੈ ਕਿ ਸਾਰੇ ਹੀ ਦੁਨੀਆ ਦੇ ਉੱਤੇ ਪਿਆਰ ਵੰਡਿਆ ਜਾਵੇ। ਜੋ ਸਤਿਗੁਰੂ ਸਾਹਿਬ ਜੀ ਦਾ ਸੁਨੇਹਾ ਹੈ, ਮਾਨਸ ਕੀ ਜਾਤ, ਦੁਆਰਾ ਮੈਂ ਕਹਿ ਰਿਹਾ, ਸਭ ਇੱਕ ਹੀ ਪਹਿਚਾਨ, ਉਹ ਫਿਰ ਸਾਰੇ ਇੱਕੋ ਹੀ ਲੱਗਣਗੇ ਸਾਰੇ। ਤੁਹਾਨੂੰ ਪੰਜਾਬ ਬਹੁਤ ਵਧੀਆ ਲੱਗਿਆ, ਮੇਰਾ ਵੀ ਦਿਲ ਕਰਦਾ ਤੁਸੀਂ ਪੰਜਾਬ ਵਾਸੀਆਂ ਨੂੰ ਇੱਕ ਛੋਟਾ ਜਿਹਾ ਸੁਨੇਹਾ ਜ਼ਰੂਰ ਦਿਓ। सभी लोग ऐसे ही मुझे सुनते रहे, प्यार देते रहे, क्योंकि मैं हर साल यहाँ पे तो आने वाली हूँ। जब जब बड़े पापा बुलाएंगे मैं यहाँ पे आप सभी को सुनाने वाली हूँ, जो भी मैं सीखती जाऊँगी। तो बस अगर आप लोग ऐसे ही प्यार करते रहेंगे तो मुझे और इच्छा बढ़ती जाएगी कि मैं और आपको सुनाऊँ और अच्छा सुनाऊँ, और बस कोशिश करती रहूँगी। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਮੈਥਰੀ ਠਾਕੁਰ ਜੀ ਤੇ ਨਾਲ ਇਹਨਾਂ ਦੇ ਨਿਸ਼ਾਨ ਸਿੰਘ ਜੀ। ਜਦੋਂ ਫਿਰ ਇੱਥੇ ਆ ਕੇ ਗੁਰਮਤ ਪ੍ਰਚਾਰ ਦੇ ਦੌਰਾਨ ਰਹਿੰਦੇ ਨੇ, 5-4 ਦਿਨ ਰਹਿੰਦੇ ਨੇ ਹਨਾ, ਤੇ ਜਦੋਂ ਇੱਥੋਂ ਪਟਨੇ ਨੂੰ ਵਾਪਸ ਜਾਂਦੇ ਨੇ ਤਾਂ ਕਿੱਦਾਂ ਫੀਲ ਕਰਦੇ ਹੋ? ਮਹਾਰਾਜ ਜੀ, ਪਿਛਲੀ ਵਾਰ ਗਏ ਸੀ ਤੇ ਮੈਂ ਵਾਪਸ ਆ ਗਿਆ ਸੀ, ਕਾਰ ਦੇ ਕੋਲ ਖਲੋ ਕੇ ਐਂ ਲੱਗਦਾ ਸੀ ਜਿਵੇਂ ਬੇਟੀ ਤੋਰੀ ਹੁੰਦੀ ਆ ਫਿਰ, ਤੇ ਮੈਨੂੰ ਮੇਰੇ ਕੋਲ ਰੁਕਦਾ ਨਹੀਂ ਸੀਗਾ। ਇਹ ਉਹ ਗੁਰੂ ਸਾਹਿਬ ਦੀ ਸਿੱਖਿਆ ਕਰਕੇ ਹੀ ਹੈ। ਤੇ ਹੁਣ ਵੀ ਇਹ ਮਹਿਸੂਸ ਹੁੰਦਾ ਹੈ ਕਿ ਨਾ ਜਾਣਾ, ਫਿਰ ਮਨ ਨੂੰ ਮਹਿਸੂਸ ਹੁੰਦਾ ਵੀ ਨਾ ਚਲੇ ਜਾਣਾ। ਫਿਰ ਅੱਗੇ ਆਸ ਰੱਖਦੇ ਹਾਂ ਕਿ ਚਲੋ ਇਹ ਦੁਨੀਆ 'ਤੇ ਜਿਹੜਾ ਜੋੜ ਮੇਲਾ ਬਣਿਆ, ਸੰਜੋਗ ਵਿਜੋਗ ਦੋਵੇਂ ਕਾਰ ਚਲਾਵੇ, ਲੇਖੇ ਆਵੇ ਭਾਗ, ਇਹ ਜ਼ਰੂਰੀ ਵੀ ਹੈ, ਪਰ ਹੈ ਬੜਾ ਔਖਾ ਜਦੋਂ ਇੱਕ ਧੀ ਘਰੋਂ ਜਾਂਦੀ ਹੈ ਨਾ, ਜਿਵੇਂ ਸੇਮ ਉਹੀ ਮਹਿਸੂਸ ਹੁੰਦਾ ਜੀ।
ਜਦੋਂ ਆਵਾਜ਼ ਮਾਰਨਗੇ ਫਿਰ ਆਓਗੇ ਪੰਜਾਬ? अरे इसे पूछने वाली कोई बात नहीं है, ऑर्डर देना है, हम लोग तुरंत हाजिर हो जाएंगे यहाँ पर। ਜਾਣੀ ਕਿ ਆਰਡਰ ਚੱਲੂਗਾ ਪਿਤਾ ਜੀ ਦਾ। हाँ बिल्कुल। ਸਤਿਕਾਰਯੋਗ ਨਿਸ਼ਾਨ ਸਿੰਘ ਜੀ ਬੜਾ ਪਿਆਰ ਕਰਦੇ ਨੇ, ਫੈਮਿਲੀ ਇੱਕ ਦੂਜੇ ਨੂੰ ਬੜਾ ਪਿਆਰ ਕਰਦੀ ਹੈ। ਇਹਨਾਂ ਨੇ ਬੜੀ ਚੰਗੀ ਗੱਲ ਕਹੀ ਹੈ ਵੀ ਮੇਰੇ ਜਿਹੜੇ ਬੱਚੇ ਨੇ ਉਹ ਵੀ ਭੈਣ ਮੰਨਦੇ ਨੇ, ਤੇ ਨਾਲ ਜਿਹੜਾ ਇਹਨਾਂ ਦਾ ਪਰਿਵਾਰ ਪਹੁੰਚਦਾ ਹੈ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ।